ਆਪਾਂ ਕੱਲ ਵਿਚਾਰ ਕੀਤੀ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ 'ਤੇ ਸੁਭਾਏਮਾਨ ਕੀਤਾ ਔਰ ਆਪ ਨਤਮਸਤਕ ਹੋਏ। ਔਰ ਬਾਬਾ ਬੁੱਢਾ ਜੀ ਨੇ ਜੋ ਗੁਰਤਾ ਗੱਦੀ ਦੀ ਮਰਿਆਦਾ ਸੇਵਾ ਪਿੱਛੇ ਤੋਂ ਨਿਭਾਉਂਦੇ ਆ ਰਹੇ ਸੀ, ਉਹ ਮਰਿਆਦਾ ਸੇਵਾ ਤਿਲਕ ਦੀ ਕੀਤੀ। ਔਰ ਗੁਰਸਿੱਖਾਂ ਦੇ ਵਿੱਚ ਇੱਕ ਪਾਸੇ 'ਤੇ ਵਧਾਈਆਂ ਹੋਈਆਂ, ਦੂਸਰੇ ਪਾਸੇ ਨਾਲ ਹੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਡੇ ਪੁੱਤਰ ਪਿਰਥੀ ਚੰਦ ਖੜ੍ਹਾ ਹੋ ਗਿਆ। ਉਹ ਖੜ੍ਹਾ ਹੋ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਬੋਲ ਕਬੋਲ ਬੋਲਣ ਲੱਗਿਆ। ਬਾਬਾ ਬੁੱਢਾ ਜੀ ਨੂੰ ਵੀ ਭੱਦੇ ਸ਼ਬਦ ਵਰਤੇ, ਕੁਬੁੱਢਾ ਤੱਕ ਉਸਨੇ ਕਿਹਾ ਔਰ ਕਿਹਾ ਕਿ ਮੈਂ ਅਰਜਨ ਦੇਵ ਤੋਂ ਗੁਰਤਾ ਗੱਦੀ ਖੋਹ ਲਵਾਂਗਾ, ਗੁਰੂ ਤੇ ਮੈਂ ਹੀ ਹੋਵਾਂਗਾ, ਫਿਰ ਤੁਹਾਡੀ ਇੱਜ਼ਤ ਕੀ ਰਹੇਗੀ। ਬਾਬਾ ਬੁੱਢਾ ਜੀ ਨੂੰ ਆਖਦਾ ਕਿ ਬਾਬਾ ਮੈਨੂੰ ਤੇਰੇ 'ਤੇ ਇੱਦਾਂ ਦੀ ਉਮੀਦ ਨਹੀਂ ਸੀ ਵੀ ਤੂੰ ਵੀ ਇਉਂ ਕਰ ਦੇਵੇਂਗਾ। ਜੇ ਮੇਰੇ ਪਿਤਾ ਜੀ ਨੇ ਇੱਦਾਂ ਕੀਤਾ ਤੂੰ ਉਹਨਾਂ ਨੂੰ ਸਮਝਾ ਸਕਦਾ ਸੀ, ਤੂੰ ਮੇਰੇ ਬਾਰੇ ਕਹਿ ਸਕਦਾ ਸੀ। ਮੇਰੇ ਪਿਤਾ ਤੁਹਾਡਾ ਕਿਹਾ ਕੋਈ ਵੀ ਵਚਨ ਨਹੀਂ ਮੋੜਦੇ, ਤੇਰਾ ਸਾਰੇ ਹੀ ਸਤਿਕਾਰ ਕਰਦੇ ਨੇ, ਪਰ ਤੁਸੀਂ ਇਹ ਚੰਗਾ ਨਹੀਂ ਕੀਤਾ। ਦੇਖੋ ਹੱਕ ਜਿਹੜਾ ਹੈ ਉਹ ਮੇਰਾ ਹੀ ਬਣਦਾ ਸੀ, ਵੱਡਾ ਤੇ ਮੈਂ ਹਾਂ, ਇਸ ਕਰਕੇ ਮੇਰਾ ਹੱਕ ਬਣਦਾ ਸੀ, ਤੁਸੀਂ ਇਹ ਚੰਗਾ ਨਹੀਂ ਕੀਤਾ। ਫਿਰ ਆਪਣੇ ਪਿਤਾ ਦੇ ਨਾਲ ਝਗੜਾ ਕਰਦਾ ਰਿਹਾ। ਫਿਰ ਉਸ ਜਦੋਂ ਝਗੜਾ ਕਰਦਾ, ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਸਮਝਾਉਣ ਦਾ ਯਤਨ ਕੀਤਾ। ਬਚਨ ਕਿਹਾ, ਸਾਰੰਗ ਰਾਗ ਵਿਖੇ ਸਤਿਗੁਰੂ ਜੀ ਸਮਝਾਉਂਦੇ ਕਹਿਣ ਲੱਗੇ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸਿਉ ਝਗਰਤ ਪਾਪ। ਕਹਿੰਦੇ ਪੁੱਤਰ ਆਪਣੇ ਵਡੇਰਿਆਂ ਜਾਂ ਆਪਣੇ ਪਿਤਾ ਦੇ ਨਾਲ ਝਗੜਾ ਨਹੀਂ ਕਰੀਦਾ, ਉਹਨਾਂ ਦੇ ਨਾਲ ਝਗੜਾ ਕਰਨਾ ਪਾਪ ਹੁੰਦਾ ਹੈ, ਭਾਵ ਬੁਰਾ ਹੁੰਦਾ ਹੈ। ਉਹਦਾ ਰਿਜ਼ਲਟ, ਉਹਦਾ ਨਤੀਜਾ ਵੀ ਬੁਰਾ ਹੁੰਦਾ ਹੈ। ਆਪਣੇ ਮਾਂ ਪਿਓ ਦੇ ਨਾਲ ਲੜਾਈ ਝਗੜਾ ਕਰਨਾ, ਮੂਹਰੇ ਬੋਲਣਾ। ਹੁਣ ਪਿਰਥੀ ਚੰਦ ਨੇ ਤਾਂ ਹੱਦ ਹੀ ਕਰ ਦਿੱਤੀ ਵੀ ਭਰੇ ਦੀਵਾਨ ਭਰੀ ਸਭਾ ਦੇ ਵਿੱਚ ਆਪਣੇ ਗੁਰੂ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬੋਲ ਕਬੋਲ ਬੋਲਿਆ ਔਰ ਹੰਕਾਰ ਵਿੱਚ ਆ ਕੇ ਕਹਿਣ ਲੱਗਾ ਕਿ ਮੇਰੇ ਕੋਲੇ ਬਹੁਤ ਧਨ ਹੈ, ਮੇਰੇ ਕੋਲੇ ਰੁਪਈਏ ਬਹੁਤ ਨੇ, ਮੈਂ ਇਹਨਾਂ ਰੁਪਈਆਂ ਦੇ ਸਿਰ 'ਤੇ ਇਹਨਾਂ ਦੇ ਬਲਬੂਤੇ ਮੈਂ ਅਰਜਨ ਦੇਵ ਤੋਂ ਗੁਰਤਾ ਗੱਦੀ ਖੋਹ ਹੀ ਲੈਣੀ ਆ, ਗੁਰੂ ਮੈਂ ਬਣ ਜਾਵਾਂਗਾ। ਫਿਰ ਸਤਿਗੁਰੂ ਜੀ ਕਹਿੰਦੇ, ਪਿਰਥੀ ਚੰਦ ਜਿਹੜੇ ਧਨ ਦੀ ਤੂੰ ਗੱਲ ਕਰਦਾ ਹੈ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੈ ਨਾ ਆਪ। ਕਹਿੰਦੇ ਪਿਰਥੀ ਚੰਦ ਜਿਹੜੇ ਧਨ ਦਾ ਤੂੰ ਹੰਕਾਰ ਕਰਦਾ ਹੈ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਹੰਕਾਰ ਵੀ ਧਾਰਦਾ ਹੈ, ਗਰਭ ਕਰਦਾ ਹੈ। ਕਹਿੰਦੇ ਇਹ ਧਨ ਕਿਸੇ ਦਾ ਨਹੀਂ ਆਪਣਾ ਹੁੰਦਾ ਹੈ, ਇਹ ਇੱਥੇ ਗਲ ਗੁਲ ਜਾਂਦਾ, ਰਹਿ ਰੂ ਜਾਂਦਾ ਹੈ, ਇਹ ਨਹੀਂ ਕਿਸੇ ਦਾ ਸਾਥ ਦਿੰਦਾ। ਇਸ ਤਰ੍ਹਾਂ ਉਹਨੂੰ ਸਮਝਾਇਆ ਪਰ ਉਹ ਨਾ ਸਮਝਿਆ, ਝਗੜਾ ਕਰਨ ਲੱਗਿਆ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਤੋਂ ਚਾਲੇ ਪਾਏ ਅਤੇ ਆਪਣਾ ਪਰਿਵਾਰ ਨਾਲ ਲਿਆ, ਜਿਸ ਦੇ ਵਿੱਚ ਮਾਤਾ ਜੀ, ਮਾਤਾ ਭਾਨੀ ਜੀ, ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ ਵਰਗੇ ਸਿੱਖ ਸੇਵਕ, ਹੋਰ ਬੇਅੰਤ ਸਿੱਖ ਜਿਹੜੇ ਸੀ, ਅਤੇ ਉਹ ਸਤਿਗੁਰੂ ਦੇਵ ਜੀ ਦੇ ਨਾਲ ਹੀ ਪੁੱਜੇ, ਨਾਲ ਚੱਲ ਪਏ। ਜਦੋਂ ਨਾਲ ਚੱਲੇ, ਹੁਣ ਪੁਰਾਤਨ ਜਿਹੜੇ ਸਿੱਖ ਸੀ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਜੀ ਦੇ ਸਮੇਂ ਦੇ, ਉਹਨਾਂ ਨੂੰ ਪਤਾ ਸੀ ਕਿ ਹੁਣ ਸਤਿਗੁਰੂ ਮਹਾਰਾਜ ਜੀ ਜੋਤੀ ਜੋਤ ਸਮਾਉਣਗੇ, ਗੁਰਤਾ ਗੱਦੀ ਦੀ ਮਰਿਆਦਾ ਕਰ ਦਿੱਤੀ ਹੈ। ਅਤੇ ਉਹਨਾਂ ਦੇ ਮਨਾਂ ਵਿੱਚ ਉਦਾਸੀਆਂ ਛਾ ਰਹੀਆਂ ਨੇਗੀਆਂ, ਕਈਆਂ ਦੇ ਮਨ ਵਿੱਚ ਬੈਰਾਗ ਵੀ ਹੈ।
ਹੁਣ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਚੱਲੇ। ਗੋਇੰਦਵਾਲ ਸਾਹਿਬ ਪੁੱਜੇ। ਗੋਇੰਦਵਾਲ ਵਾਲਿਆਂ ਨੇ ਬਾਬਾ ਮੋਹਰੀ ਜੀ ਅਤੇ ਬਾਬਾ ਮੋਹਰੀ ਜੀ ਦੇ ਪਰਿਵਾਰ, ਬਾਬਾ ਮੋਹਨ ਜੀ ਦਾ ਪਰਿਵਾਰ, ਗੁਰੂ ਅਮਰਦਾਸ ਜੀ ਦੇ ਪੋਤਰੇ ਬਾਬਾ ਸੁੰਦਰ ਜੀ, ਬਾਬਾ ਆਨੰਦ ਆਦਿਕ ਜੀ, ਹੋਰ ਬਹੁਤ ਸਾਰਾ ਭੱਲਿਆਂ ਦਾ ਪਰਿਵਾਰ ਜਿਹੜਾ ਸੀ, ਉਹਨਾਂ ਸਾਰਿਆਂ ਨੇ ਬਹੁਤ ਆਦਰ ਮਾਣ ਕਰਿਆ, ਸਤਿਕਾਰ ਕੀਤਾ। ਅਤੇ ਫਿਰ ਜਦੋਂ ਬੈਠੇ ਨੇ, ਬੈਠਿਆਂ ਹੋਇਆਂ ਵਿਚਾਰ ਦੱਸਿਆ। ਪਤਾ ਲੱਗਿਆ ਮੋਹਰੀ ਜੀ ਨੂੰ, ਬਾਬਾ ਮੋਹਨ ਜੀ ਨੂੰ, ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਅਰਜਨ ਦੇਵ ਜੀ ਨੂੰ ਦੇ ਦਿੱਤੀ ਹੈ। ਹੁਣ ਇਹ ਗੁਰੂ ਸੁਸ਼ੋਭਿਤ ਹੋ ਗਏ ਨੇ। ਅਤੇ ਇਸ ਤਰ੍ਹਾਂ ਮਾਤਾ ਭਾਨੀ ਜੀ ਬੈਰਾਗ ਕਰ ਰਹੀ ਹੈ, ਆਪਣੀਆਂ ਭਰਜਾਈਆਂ ਦੇ ਕੋਲ ਬਹਿ ਕੇ ਦੱਸਦੀ ਹੈ ਸਾਰੀ ਗੱਲ ਕਿ ਸਾਡੇ ਵੱਡੇ ਪੁੱਤਰ ਪਿਰਥੀ ਚੰਦ ਨੇ ਲੜਾਈ ਝਗੜਾ ਕਰ ਲਿਆ ਘਰ ਵਿੱਚ, ਚੰਗਾ ਨਹੀਂ ਕੀਤਾ ਉਸਨੇ, ਆਪਣੇ ਗੁਰੂ ਪਿਤਾ ਦਾ ਨਿਰਾਦਰ ਕੀਤਾ, ਤਿਰਸਕਾਰ ਕੀਤਾ ਹੈ। ਮੂਹਰੇ ਬੋਲਦਾ ਸੀ, ਪਰ ਉਹ ਅਣਜਾਣ ਨੂੰ ਹੁਣ ਇਹ ਨਹੀਂ ਸੀ ਪਤਾ ਕਿ ਗੁਰੂ ਸਾਹਿਬ ਜੀ ਨੇ ਤਾਂ ਹੁਣ ਸਾਨੂੰ ਛੱਡ ਕੇ ਚਲੇ ਜਾਣਾ ਹੈ। ਮਾਤਾ ਭਾਨੀ ਜੀ ਦੇ ਮਨ ਵਿੱਚ ਬੈਰਾਗ ਆ ਕਿ ਹੁਣ ਮੇਰੇ ਪਤੀ ਰਾਮਦਾਸ ਜੀ ਸਾਨੂੰ ਸਦੀਵ ਕਾਲ ਵਾਸਤੇ ਛੱਡ ਕੇ ਚਲੇ ਜਾਣਗੇ। ਬੈਰਾਗ ਕਰ ਰਹੀ ਹੈ। ਫਿਰ ਬਾਬਾ ਮੋਹਰੀ ਜੀ ਦੀ ਪਤਨੀ, ਉਹਨਾਂ ਨੇ ਸਮਝਾਇਆ। ਅਤੇ ਇਸ ਤਰ੍ਹਾਂ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸ ਬੈਰਾਗ ਕੀਤਾ ਮਾਤਾ ਭਾਨੀ ਜੀ ਨੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਆ, ਹੈ ਭਾਨੀ, ਇਹ ਸੰਸਾਰ ਦਾ ਵਿਹਾਰ ਹੀ ਐਸਾ, ਇਹ ਹਕੀਕਤ ਹੀ ਹੈ ਵੀ ਜੋ ਵੀ ਸੰਸਾਰ 'ਤੇ ਆਇਆ ਉਹਨੇ ਇੱਕ ਦਿਨ ਚਲੇ ਜਾਣਾ ਹੈ। ਤੂੰ ਦੁਖੀ ਨਹੀਂ ਹੋਵੇਂਗੀ, ਬੈਰਾਗ ਨਾ ਕਰ, ਤੇਰੇ ਬਹੁਤ ਵੱਡੇ ਭਾਗ ਨੇ। ਦੇਖ, ਤੂੰ ਗੁਰੂ ਸਾਹਿਬ ਦੀ ਪੁੱਤਰੀ ਹੈ, ਤੂੰ ਗੁਰੂ ਸਾਹਿਬ ਦੀ ਧੀ ਹੈ, ਇੱਕ ਗੁਰੂ ਦੀ ਪਤਨੀ ਆ, ਅਤੇ ਫਿਰ ਤੂੰ ਗੁਰੂ ਦੀ ਮਾਂ ਹੈ, ਅੱਗੇ ਗੁਰੂ ਦੀ ਦਾਦੀ ਵੀ ਹੋਵੇਂਗੀ, ਤੇਰਾ ਪੋਤਰਾ ਵੀ ਗੁਰੂ ਹੋਵੇਗਾ। ਅਤੇ ਇਸ ਤਰ੍ਹਾਂ ਫਿਰ ਪੜਦਾਦੀ ਉਹ ਵੀ ਗੁਰੂ ਦੀ, ਕਹਿੰਦੇ ਤੇਰੇ ਪੜਪੋਤੇ ਵੀ ਗੁਰੂ ਹੋਣਗੇ, ਅਤੇ ਤੂੰ ਬਹੁਤ ਵੱਡੇ ਭਾਗ ਵਾਲੀ ਆ, ਇਸ ਕਰਕੇ ਬੈਰਾਗ ਨਾ ਕਰ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰੋ, ਉਹਨਾਂ ਦਾ ਓਟ ਆਸਰਾ ਲਵੋ। ਜੈਸੇ ਗੁਰੂ ਸਾਹਿਬ ਜੀ ਦਾ ਬਚਨ ਹੈ, ਧੁਰ ਕੀ ਬਾਣੀ ਆਈ, ਤਿੰਨ ਸਾਗਲੀ ਚਿੰਤ ਮਿਟਾਈ, ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਦਾ ਓਟ ਆਸਰਾ ਲਵੋ, ਉਹ ਚਿੰਤਾ ਦੂਰ ਕਰੇਗੀ। ਇਸ ਤਰ੍ਹਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਪਤਨੀ ਬੀਬੀ ਭਾਨੀ ਜੀ ਨੂੰ ਉਪਦੇਸ਼ ਦਿੱਤਾ, ਅੰਤਮ ਉਪਦੇਸ਼, ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ ਹੈ। ਹੋਰ ਕਈ ਗੁਰਮੁਖਾਂ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ, ਅਤੇ ਇਸ ਤਰ੍ਹਾਂ ਉਹਨਾਂ ਨੂੰ ਨਿਹਾਲ ਕੀਤਾ। ਅਖੀਰ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਗੋਇੰਦਵਾਲ ਸਾਹਿਬ ਵਿਖੇ, ਅਤੇ ਫਿਰ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਗੁਰੂ ਕੀ ਬਾਣੀ ਦਾ ਪਾਠ ਪੜ੍ਹਿਆ, ਜਪਜੀ ਸਾਹਿਬ ਆਦਿਕ ਪਾਠ ਪੜ੍ਹ ਕੇ, ਅਤੇ ਆਪਣੇ ਸਰੀਰ ਦੇ ਪ੍ਰਾਣ ਪੰਖੇਰੂ ਕਰ ਦਿੱਤੇ। ਜੋਤ ਵਿੱਚ ਜੋਤ ਰਲ ਗਈ। ਜਿਸ ਤਰ੍ਹਾਂ ਭੱਟ ਸਾਹਿਬਾਨ ਜੀ ਕਹਿੰਦੇ ਨੇ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਪਾਇਓ, ਕਿ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦੇਵਪੁਰੀ ਵਿੱਚ ਗਏ, ਦੇਵਤਿਆਂ ਨੇ ਬੜਾ ਆਦਰ ਕੀਤਾ, ਅਤੇ ਇੱਥੋਂ ਸੰਸਾਰ ਤੋਂ ਛਤਰ ਸਿੰਘਾਸਨ ਪ੍ਰਿਥਵੀ ਗੁਰੂ ਅਰਜਨ ਕੋ ਦੇ ਆਇਓ। ਅਤੇ ਜਿਹੜਾ ਗੁਰਤਾ ਗੱਦੀ ਦਾ ਤਾਕਤ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੇ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ 'ਤੇ ਸੁਸ਼ੋਭਿਤ ਕਰਕੇ, ਸੁਭਾਏ ਮਾਨ ਕਰਕੇ, ਆਪ ਫਿਰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਜਾ ਕੇ, ਉੱਥੇ ਜਾ ਕੇ ਜੋਤੀ ਜੋਤ ਸਮਾਉਣਾ ਕੀਤਾ। ਫਿਰ ਗੁਰਮੁਖਾਂ ਗੁਰਸਿੱਖਾਂ ਦੇ ਵਿੱਚ ਬੈਰਾਗ ਦੀ ਲਹਿਰ ਦੌੜੀ, ਸਭ ਦੇ ਮਨ ਭਰੇ, ਕਈਆਂ ਦੇ ਨੇਤਰ ਵੀ ਭਰੇ। ਮਾਤਾ ਭਾਨੀ ਜੀ ਨੇ ਵੀ ਬੈਰਾਗ ਕਰਿਆ। ਅਤੇ ਇਸ ਤਰ੍ਹਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ
ਦੀ ਜਿਹੜੀ ਅੰਤਮ ਕਿਰਿਆ ਮਰਿਆਦਾ ਸੀ, ਜੋ ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਨੂੰ ਦੱਸੀ, ਉਹ ਸੰਸਕਾਰ ਦੀ ਕਿਰਿਆ ਆਦਿਕ ਕੀਤੀ ਸਾਰੀ ਕਿਰਿਆ। ਬਹੁਤ ਸਾਰੇ ਗੁਰਮੁਖਾਂ ਗੁਰਸਿੱਖਾਂ ਨੇ ਅੰਤਮ ਦਰਸ਼ਨ ਕੀਤੇ ਅਤੇ ਫਿਰ ਸੰਸਕਾਰ ਦੀ ਜੋ ਮਰਿਆਦਾ ਸੀ ਉਹ ਕੀਤੀ ਗਈ। ਉਪਰੰਤ ਕੁਝ ਦਿਨਾਂ ਬਾਅਦ ਦੁਸਹਿਰਾ ਹੋਇਆ। ਦੁਸਹਿਰੇ 'ਤੇ ਜਿਹੜੀ ਪੱਗ ਦੀ ਰਸਮ ਮਰਿਆਦਾ ਸੀ ਉਹ ਹੋਣੀ ਸੀ। ਹੁਣ ਉੱਥੇ ਪਿਰਥੀ ਚੰਦ ਫੇਰ ਰੌਲਾ ਪਾਉਂਦਾ ਕਿ ਮੇਰਾ ਹੱਕ ਬਣਦਾ, ਹੁਣ ਪੱਗ ਤਾਂ ਮੈਨੂੰ ਮਿਲਣੀ ਚਾਹੀਦੀ ਹੈ। ਅਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਅਤੇ ਹੋਰ ਜਿਹੜੇ ਸਿਆਣੇ ਸਿੱਖ ਨੇ ਉਹ ਸਾਰੇ ਨਾਲ ਹਨ। ਉਹ ਪੱਗ ਜਿਹੜੀ ਹੈ ਉਹ ਕਿਸ ਨੂੰ ਬੰਨ੍ਹਦੇ ਨੇਗੇ, ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਾਂ ਪਿਰਥੀ ਚੰਦ ਨੂੰ ਵੱਜਦੀ ਹੈ, ਕਿਹਦੇ ਸਿਰ ਦਸਤਾਰਬੰਦੀ ਸੋਭਦੀ ਹੈ, ਉਹ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ। ਜੈਸੇ ਗੁਰੂ ਸਾਹਿਬ ਕਿਰਪਾ ਕਰਨਗੇ। ਸਤਿਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਪ੍ਰਤੀ ਬੋਲਦਿਆਂ ਦਾਸ ਕੋਲੋਂ ਹੋਈ ਭੁੱਲ ਗਲਤੀ ਦੀ ਆਪ ਸੰਗਤ ਗੁਰੂ ਗ੍ਰੰਥ ਖਾਲਸਾ ਪੰਥ ਬਖਸ਼ਣਯੋਗ ਭੁੱਲਾਂ ਨਾ ਚਿਤਾਰਦਿਆਂ ਆਪ ਜੀ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਕਰੋ ਕਿਰਪਾ, ਦੇਹੋ ਸਜਣ ਆਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।